ਹੁਣ ਸਾਧ ਸੰਗਤ ਇਹਦੇ ਨਾਲ ਦੀ ਕੋਈ ਕਥਾ ਸਾਧ ਸੰਗਤ ਦੂਜਾ ਭਾਗ ਹੈ। ਅੱਜ 22 ਤਰੀਕ ਦਾ ਰਤਨ ਰਾਏ ਨੇ ਅਨੰਦਪੁਰ ਆਉਣਾ। ਹੁਣ 9ਵੇਂ ਪਾਤਸ਼ਾਹ ਅਸਾਮ ਗਏ ਸਨ ਤੇ ਰਾਮ ਰਾਏ ਰਾਮ ਰਾਜਾ ਨੂੰ ਮਿਲੇ ਅਤੇ ਪੁੱਤਰ ਦੇਣ ਦਾ ਵਰ ਦੇ ਆਏ ਸਨ ਰਾਮ ਰਾਜਾ ਨੂੰ। ਅਕਾਲ ਪੁਰਖ ਦੀ ਮਿਹਰ ਸਦਕਾ ਰਾਜਾ ਰਾਮ ਰਾਏ ਦੇ ਘਰ ਪੁੱਤਰ ਹੋ ਗਿਆ। ਉਸ ਦਾ ਨਾਮ ਰਤਨ ਰਾਏ ਰੱਖਿਆ ਗਿਆ ਸੀ। ਰਤਨ ਰਾਏ ਬਹੁਤ ਹੀ ਸੁੰਦਰ ਤੇ ਹੋਣਹਾਰ ਬਾਲਕ ਜਨਮਿਆ ਸੀ। ਬਾਲਕ ਦਾ ਚੰਦ ਵਰਗਾ ਮੁਖੜਾ ਦੇਖ ਕੇ ਰਾਣੀ ਬਹੁਤ ਪ੍ਰਸੰਨ ਹੋਈ। ਉਸਨੇ ਮਨ ਆਇਆ ਧਨ ਦਾਨ ਕੀਤਾ ਅਤੇ ਲਾਡਾਂ ਦੇ ਪਿਆਰ ਨਾਲ ਪੁੱਤਰ ਨੂੰ ਪਾਲਿਆ। ਭਾਣਾ ਕਰਤਾਰ ਦਾ ਰਤਨ ਰਾਏ ਅਜੇ ਬਾਲ ਵਰੇਸ ਵਿੱਚ ਹੀ ਸੀ ਕਿ ਰਾਜੇ ਰਾਏ ਰਾਵ ਦਾ ਦੇਹਾਂਤ ਹੋ ਗਿਆ। ਜਦੋਂ ਰਾਜਾ ਮੌਤ ਦੇ ਮੰਜੇ ਉੱਤੇ ਲੇਟਿਆ ਹੋਇਆ ਸੀ ਤਦੋਂ ਉਸਨੇ ਆਪਣੀ ਰਾਣੀ ਨੂੰ ਕੋਲ ਸੱਦਿਆ ਤੇ ਕਿਹਾ, ਮੇਰੇ ਪਿੱਛੋਂ ਮੇਰੇ ਮਨ ਦੀ ਇੱਕ ਸੱਧਰ ਪੂਰੀ ਕਰਨੀ। ਉਹ ਸੱਧਰ ਇਹ ਹੈ ਕਿ ਜਦੋਂ ਮੇਰਾ ਪੁੱਤਰ ਜਵਾਨ ਹੋ ਜਾਵੇ ਤਾਂ ਇਸ ਨੂੰ ਸਤਿਗੁਰੂ ਜੀ ਦੇ ਦਰਸ਼ਨ ਕਰਨ ਜ਼ਰੂਰ ਭੇਜਿਆ ਜਾਵੇ। ਆਪ ਨਾਲ ਜਾਈ। ਜਿਨ੍ਹਾਂ ਸਤਿਗੁਰਾਂ ਦੀ ਕਿਰਪਾ ਨਾਲ ਇਸ ਬੱਚੇ ਦਾ ਜਨਮ ਹੋਇਆ ਹੈ ਉਹਨਾਂ ਦੇ ਦਰਸ਼ਨ ਕਰਨੇ ਇਸ ਵਾਸਤੇ ਅਤੀ ਜ਼ਰੂਰੀ ਹਨ ਕਿ ਉਹ ਆਪ ਪਰਮੇਸ਼ਰ ਹੈ। 9ਵੇਂ ਪਾਤਸ਼ਾਹ ਆਪ ਪਰਮੇਸ਼ਰ ਹੈ। ਇੱਕ ਗੱਲ ਇਹ ਵੀ ਚੇਤੇ ਰੱਖਣੀ, ਉਹ ਗੱਲ ਇਹ ਹੈ ਕਿ ਜਦੋਂ ਮੇਰਾ ਲਾਲ ਸਤਿਗੁਰੂ ਜੀ ਦੇ ਦਰਸ਼ਨ ਕਰਨ ਜਾਵੇ ਤਾਂ ਉਹਨਾਂ ਵਾਸਤੇ ਵਧੀਆ ਸਗਾਤਾਂ ਲੈ ਕੇ ਜਾਵੇ। ਸਤਿਗੁਰਾਂ ਜੀ ਦਾ ਸੇਵਾ ਕਰਦਿਆਂ ਹੋਇਆਂ ਰਾਜ ਕਰਵਾਨ ਕਰਨਾ ਪਵੇ ਤਾਂ ਕਦੀ ਵੀ ਝਿਜਕਣਾ ਨਹੀਂ। ਮੇਰੀ ਪਿਆਰੀ ਰਾਣੀ ਕਰਤਾਰ ਦੇ ਭਾਣੇ ਨੂੰ ਕੋਈ ਨਹੀਂ ਮੇਟ ਸਕਦਾ। ਮੇਰੇ ਮਨ ਦੀਆਂ ਰੀਝਾਂ ਮਨ ਵਿੱਚ ਰਹਿ ਗਈਆਂ। ਪੁੱਤਰ ਨਾਲ ਪਿਆਰ ਕਰਨ ਦਾ ਮੌਕਾ ਨਾ ਮਿਲਿਆ। ਮੈਨੂੰ ਸੁਖੀ ਨਾ ਕਰ ਸਕਿਆ ਤੇ ਗੁਰੂ ਘਰ ਦੀ ਸੇਵਾ ਨਾ ਹੋਈ। ਕਾਲ ਮਹਾਂਬਲੀ ਹੈ, ਆ ਕੇ ਹੀ ਰਹਿੰਦਾ ਹੈ। ਰਾਜੇ ਦੀਆਂ ਸਾਰੀਆਂ ਗੱਲਾਂ ਸੁਣਦੀ ਹੋਈ ਰਾਣੀ ਨੇ ਹੰਝੂਆਂ ਦੀ ਝੜੀ ਵਿੱਚ ਆਪਣੇ ਪਤੀ ਪਿਆਰੇ ਰਾਜੇ ਰਾਮ ਰਾਏ ਨੂੰ ਵਚਨ ਦਿੱਤਾ ਕਿ ਉਹ ਉਹਨਾਂ ਦੀਆਂ ਸੱਧਰਾਂ ਨੂੰ ਪੂਰੀਆਂ ਕਰੇਗੀ। ਉਹ ਸਤਿਗੁਰੂ ਜੀ ਦੇ ਦਰਸ਼ਨ ਪੰਜਾਬ ਜਾ ਕੇ ਜ਼ਰੂਰ ਕਰੇਗੀ। ਸਗਾਤਾਂ ਵੀ ਐਸੀਆਂ ਭੇਟਾ ਕਰੇਗੀ ਜੋ ਕਦੀ ਦੇਖਣ ਸੁਣਨ ਵਿੱਚ ਨਾ ਆਇਆ ਹੋਣ। ਰਾਜਾ ਚਲਾਣਾ ਕਰ ਗਿਆ। ਰਾਣੀ ਵਿਧਵਾ ਹੋ ਗਈ। ਉਹ ਸਤਵੰਤੀ ਨਾਰ ਪਤੀ ਦੇ ਪਿਆਰ ਵਿੱਚ ਦਿਨ ਕੱਟਣ ਲੱਗੀ। ਪਤੀ ਦੀ ਇੱਛਾ ਦੇ ਅਨੁਸਾਰ ਉਸ ਦੀ ਨਿਸ਼ਾਨੀ ਤੇ ਆਪਣੇ ਦਿਲ ਦੇ ਟੁਕੜੇ ਨੂੰ ਪਾਲਦੀ ਰਹੀ। ਸਮਾਂ ਕਿਸੇ ਦੀ ਉਡੀਕ ਨਹੀਂ ਕਰਦਾ। ਉਹ ਆਪਣੀ ਚਾਲੇ ਆਪੇ ਤੁਰਿਆ ਜਾਂਦਾ ਹੈ। ਜਿਉਂ-ਜਿਉਂ ਸਮਾਂ ਤੁਰਿਆ ਗਿਆ ਤਿਉਂ-ਤਿਉਂ ਰਾਜਕੁਮਾਰ ਰਤਨ ਰਾਏ ਉਮਰ ਵਿੱਚ ਵੱਡਾ ਹੁੰਦਾ ਗਿਆ। 12 ਸਾਲਾਂ ਦੀ ਉਮਰ ਹੋ ਗਈ। ਆਖਰ ਇੱਕ ਦਿਨ ਰਾਣੀ ਨੇ ਆਪਣੇ ਲਾਲ ਰਤਨ ਰਾਏ ਨੂੰ ਉਸ ਦੇ ਜਨਮ ਦੀ ਸਾਰੀ ਕਥਾ ਸੁਣਾ ਦਿੱਤੀ। ਕਥਾ ਸੁਣਾਉਣ ਪਿੱਛੋਂ ਰਾਣੀ ਨੇ ਕਿਹਾ, ਬੇਟਾ
ਸਤਿਗੁਰੂ ਤੇਗ ਬਹਾਦਰ ਜੀ ਤਾਂ ਸ਼ਹੀਦ ਹੋ ਚੁੱਕੇ ਹਨ। ਉਹਨਾਂ ਦੇ ਸਾਹਿਬਜ਼ਾਦੇ ਪੰਜਾਬ ਵਿੱਚ ਹਨ। ਉਹਨਾਂ ਦੇ ਦਰਸ਼ਨ ਕਰਨ ਜਾਣਾ ਹੈ। ਸਤਿਗੁਰਾਂ ਦੀ ਭੇਟ ਕਰਨ ਵਾਸਤੇ ਜਿਨ੍ਹਾਂ ਸਗਾਤਾਂ ਦੀ ਲੋੜ ਹੈ ਉਹ ਮੈਂ ਵਜ਼ੀਰ ਨੂੰ ਆਖ ਕੇ ਤਿਆਰ ਕਰਵਾਉਂਦੀ ਹਾਂ। ਰਾਣੀ ਕਹਿਣ ਲੱਗੀ ਆਪਦੇ ਬੇਟੇ ਨੂੰ, ਜਿਵੇਂ ਆਪ ਦੀ ਆਗਿਆ ਹੋਵੇ ਮਾਤਾ ਜੀ। ਪੁੱਤਰ ਕਹਿੰਦਾ ਮਾਤਾ ਜੀ ਜਿਵੇਂ ਤੁਹਾਡੀ ਮਰਜ਼ੀ ਆ ਉਵੇਂ ਕਰੋ, ਮੈਂ ਤਿਵੇਂ ਕਰਨ ਨੂੰ ਤਿਆਰ ਹਾਂ ਜਿਵੇਂ ਤੁਸੀਂ ਕਹੋਗੇ। ਐਸੇ ਚੰਗੇ ਸਤਿਗੁਰੂ ਜੀ ਦੇ ਮੈਂ ਜ਼ਰੂਰ ਦਰਸ਼ਨ ਕਰਾਂਗਾ। ਛੇਤੀ ਚੱਲਣ ਦੀ ਤਿਆਰੀ ਕਰੋ। ਰਾਜੇ ਰਤਨ ਨੇ ਅੱਗੋਂ ਉੱਤਰ ਦਿੱਤਾ, ਕਹਿੰਦਾ ਮਾਤਾ ਜੀ ਛੇਤੀ ਚੱਲੋ, ਮੈਂ ਸਤਿਗੁਰਾਂ ਦੇ ਦਰਸ਼ਨ ਕਰਨੇ ਚਾਹੁੰਦਾ ਹਾਂ। ਰਾਣੀ ਨੇ ਉਸੇ ਵੇਲੇ ਵਜ਼ੀਰ ਨੂੰ ਸੱਦਿਆ ਤੇ ਹੁਕਮ ਦਿੱਤਾ, ਤੁਸਾਂ ਦੇ ਰਾਜਾ ਸਾਹਿਬ ਨੇ ਸਤਿਗੁਰੂ ਜੀ ਦੇ ਦਰਸ਼ਨ ਕਰਨ ਜਾਣਾ ਹੈ। ਸਤਿਗੁਰੂ ਜੀ ਦੀ ਭੇਟਾ ਵਾਸਤੇ ਕੋਈ ਨਿਰਾਲੀਆਂ ਤੇ ਅਲੌਕਿਕ ਵਸਤੂਆਂ ਚਾਹੀਦੀਆਂ ਹਨ, ਜਿਵੇਂ ਕਿਵੇਂ ਹੋਵੇ ਪ੍ਰਾਪਤ ਕਰੋ। ਅਦਭੁਤ ਚੀਜ਼ਾਂ ਜਿਹੜੀਆਂ ਕਿਸੇ ਨੇ ਦੇਖੀਆਂ ਨਾ ਹੋਣ, ਦੇਖ ਕੇ ਸਤਿਗੁਰੂ ਜੀ ਖੁਸ਼ ਹੋਣ। ਹੁਣ ਰਾਣੀ ਜੀ ਦੀ ਆਗਿਆ ਦਾ ਪਾਲਣ ਕੀਤਾ ਜਾਵੇਗਾ, ਇਹ ਆਖ ਕੇ ਵਜ਼ੀਰ ਚਲਿਆ ਗਿਆ। ਸਾਰੇ ਰਾਜ ਵਿੱਚ ਚੰਗੀਆਂ ਸਗਾਤਾਂ ਦੀ ਢੂੰਡ ਕਰਨ ਲੱਗਿਆ। ਰਾਣੀ ਦੀ ਸਲਾਹ ਨਾਲ ਵਜ਼ੀਰ ਨੇ ਇੱਕ 5 ਕਲਾ ਹਥਿਆਰ ਤਿਆਰ ਕਰਵਾਇਆ। ਜਿਸ ਕਾਰੀਗਰ ਨੇ ਹਥਿਆਰ ਤਿਆਰ ਕੀਤਾ ਸੀ ਉਸ ਨੂੰ ਬਹੁਤ ਸਾਰਾ ਇਨਾਮ ਦਿੱਤਾ ਗਿਆ। ਹੁਣ ਜਿਵੇਂ ਸਤਿਗੁਰੂ ਦਾ ਸੂਰਜ ਪ੍ਰਕਾਸ਼ ਵਿੱਚ ਪਹਿਲੀ ਰੁੱਤ 'ਚ ਲਿਖਿਆ, ਕਹਿੰਦਾ 5 ਕਲਾ ਇੱਕ ਸ਼ਸਤਰ ਅਜਮਾਇਸ਼, ਤਿਆਰ ਕਰਾਵੋ ਅਰਪਨ ਸਾਹਿਬ। ਜੈ ਗਾਤਰੇ ਬਨਿਓ ਕਿਰਪਾਨ, ਤੀਖਨ ਧਾਰ ਕਰਿਓ ਰਿਪਰਾਨ। ਕਲ ਦਾਬੇ ਬਾਰਸ਼ੀ ਹੋਏ ਜਾਏ, ਮਨਮੁਖ ਪਰ ਕੋ ਹੱਤਿਆ ਬਣਾਏ। ਪੁੰਨ ਕਲ ਦਾਬੇ ਬਨੇ ਤਮਾਚਾ, ਗਲਕਾਂ ਜਾਰ ਹਤਿਆ ਰਣਪਾਚਾ। ਤੀਖਨ ਪੁੰਨ ਕਟਾਰ ਬਣ ਜਾਏ, ਰਿਪ ਢਹਿਗ ਪਹੁੰਚੇ ਉਦਰ ਤਸਾਏ। ਉਸ 5 ਕਲਾ ਸ਼ਾਸਤਰ ਵਿੱਚ ਇਹ ਹੈਰਾਨ ਕਰਨ ਵਾਲਾ ਗੁਣ ਸੀ ਕਿ ਉਸ ਵਿੱਚ 5 ਹਥਿਆਰ ਸਨ। ਉਹ ਪੰਜੇ ਇੱਕ ਇੱਕ ਸਮੇਂ ਕੰਮ ਦਿੰਦੇ ਸਨ ਅਤੇ ਝੱਟ ਰੂਟ ਬਦਲ ਦਿੰਦੇ ਸਨ। ਗਾਤਰੇ ਵਿੱਚ ਪਈ ਕਿਰਪਾਨ ਲੱਗਦੀ ਸੀ। ਜਦੋਂ ਦੁਸ਼ਮਣ ਨੂੰ ਮਾਰੀ ਜਾਵੇ ਤਾਂ ਉਸ ਕੋਲੋਂ ਕਈ ਬਚ ਨਹੀਂ ਸੀ ਸਕਦਾ ਕੋਈ ਵੀ। ਮੁੱਠ ਵਿੱਚ ਬਿਜਲੀ ਦੇ ਸਵਿੱਚਾਂ ਵਾਂਗ ਬਟਨ ਲੱਗੇ ਹੋਏ ਸਨ। ਜੇ ਇੱਕ ਬਟਨ ਨੱਪੀਏ ਤਾਂ ਉਹਦੇ 'ਚੋਂ ਕਿਰਪਾਨ ਬਰਸ਼ੀ ਦਾ ਰੂਪ ਧਾਰ ਲੈਂਦੀ ਸੀ। ਮੁੜ ਕੇ ਬਟਨ ਨੱਪਣ ਨਾਲ ਤਮਾਚਾ ਪਿਸਤੌਲ ਬਣ ਜਾਂਦਾ ਸੀ। ਬੰਦੂਕ ਤੇ ਕਟਾਰ ਦਾ ਰੂਪ ਧਾਰ ਲੈਂਦੀ ਸੀ। ਐਸਾ ਆਚਰਜ 5 ਰੂਪ ਧਾਰਨ ਕਰਨ ਵਾਲਾ ਸ਼ਾਸਤਰ ਅੱਗੇ ਕਿਸੇ ਰਾਜੇ ਮਹਾਰਾਜੇ ਪਾਸ ਨਹੀਂ ਸੀ। ਦੂਸਰੀਆਂ 2 ਚੀਜ਼ਾਂ ਹੋਰ ਹੈਰਾਨ ਕਰਨ ਵਾਲੀਆਂ ਸਨ। ਉਹ ਸਤਿਗੁਰੂ ਜੀ ਲਿਖਦੇ ਆ, ਕਹਿੰਦੇ ਪੁੰਨ ਇੱਕ ਚੌਕੀ ਲਈ ਅਜਮਾਇਬ, ਕਰਨ ਪ੍ਰਸੰਨ ਸਤਿਗੁਰ ਸਾਹਿਬ। ਜਬ ਇਸ ਕੀ ਕਲ ਦਾਵਨ ਕਰੇ, ਪੁਤਲੀ ਦਰੂ ਪੁਤਲੀ ਚਰੂ ਨਿਕਸ ਤਾਹੇ ਪਰੇ। ਚੋਪਰ ਕੇ ਵਿਛਾਏ ਤਨ ਆਗੇ, ਡਲ ਕੇ ਗਹਿ ਸੋ ਖੰਡਨ ਖੇਡਣ ਲਾਗੇ। ਪੁਨ ਲੀਨਸ ਇੱਕ ਜਾਮ ਕਟੋਰਾ, ਇਨ ਹਿਤ ਦਰਬ ਦਿਓ ਨਹਿ ਬੋਰਾ। ਫਿਰ ਇੱਕ ਆਚਰਜ ਚੌਂਕੀ ਤਿਆਰ ਕਰਵਾਈ। ਉਹ ਜਾਦੂ ਦੀ ਚੌਂਕੀ ਸੀ। ਉਸ ਦੀ ਕਲਾ ਨੂੰ ਨਾਪਦੇ ਤਾਂ ਚੌਂਕੀ ਵਿੱਚੋਂ ਪੁਤਲੀਆਂ ਪ੍ਰਗਟ ਹੋ ਜਾਂਦੀਆਂ ਸਨ। ਉਹ ਚੌਂਪੜ ਵਿਛਾ ਕੇ ਖੇਡਣ ਲੱਗ ਜਾਂਦੀਆਂ। ਡਲਾਂ ਨੂੰ ਸੁੱਟਦੀਆਂ ਜਿਵੇਂ ਲਹੂ ਮਾਸ ਦੇ ਬਣੇ ਹੋਏ ਮਨੁੱਖ ਡਲਾਂ ਨੂੰ ਸੁੱਟ ਕੇ ਚੌਂਪੜ ਖੇਡਦੇ ਹਨ।
ਇਹ ਖੇਡ ਦੇਖ ਕੇ ਉਸ ਸਮੇਂ ਦੇ ਮਨੁੱਖਾਂ ਦੀ ਅਕਲ ਚਕਰਾ ਜਾਂਦੀ ਸੀ। ਜਿਸ ਨੇ ਇਹ ਚੰਦਨ ਚੌਂਕੀ ਤਿਆਰ ਕੀਤੀ ਸੀ ਉਸ ਨੂੰ ਬਹੁਤ ਇਨਾਮ ਦਿੱਤਾ ਗਿਆ ਸੀ। ਇਹਨਾਂ ਤੋਂ ਬਿਨਾਂ ਇੱਕ ਹਾਥੀ ਸੀ। ਉਸ ਹਾਥੀ ਉੱਤੇ ਇੱਕ ਚਿੱਟੀ ਕਾਲੀ ਧਾਰੀ ਸੀ। ਉਹ ਬਹੁਤ ਸਿਆਣਾ ਹਾਥੀ ਸੀ। ਉਸ ਨੂੰ ਦੇਖ ਕੇ ਲੋਕ ਕੁਦਰਤ ਦੀ ਉਸਤਤ ਕਰਨ ਲੱਗ ਪੈਂਦੇ ਸਨ। ਉਸ ਦਾ ਨਾਮ ਪ੍ਰਸ਼ਾਦੀ ਹਾਥੀ ਸੀ। ਮੋਤੀਆਂ ਦੀ ਮਾਲਾ ਤੇ ਕਲੰਗੀ ਆਦਿ ਵਸਤੂਆਂ ਵੀ ਸਾਥ ਤਿਆਰ ਕੀਤੀਆਂ। ਸਭ ਵਸਤੂਆਂ ਸਗਾਤਾਂ ਤਿਆਰ ਹੋ ਗਈਆਂ ਤਾਂ ਰਾਣੀ ਆਪਣੇ ਸੁਪੁੱਤਰ ਰਾਜਾ ਰਤਨ ਰਾਏ ਨੂੰ ਚੱਲਣ ਵਾਸਤੇ ਤਿਆਰ ਕੀਤਾ। ਰਾਜ ਦਾ ਭਾਰ ਆਪਣੇ ਵਜ਼ੀਰ ਨੂੰ ਸੰਭਾਲ ਕੇ ਰਾਣੀ ਤੁਰੀ। ਉਸਨੇ ਨਾਲ ਥੋੜ੍ਹੇ ਜਿਹੇ ਸਿਪਾਹੀ ਤੇ ਸੇਵਾਦਾਰ ਲਏ। ਗੱਡਿਆਂ ਉੱਤੇ ਰਾਹ ਦਾ ਖਰਚ ਰੱਖ ਲਿਆ ਅਤੇ ਪ੍ਰਸ਼ਾਦੀ ਹਾਥੀ ਅੱਗੇ ਤੋਰ ਲਿਆ। ਸਤਿਗੁਰੂ ਜੀ ਦੀ ਅਮਾਨਤ ਸਮਝ ਕੇ ਹਾਥੀ ਉੱਤੇ ਚੜ੍ਹਿਆ ਕੋਈ ਨਹੀਂ। ਹੌਲੀ ਹੌਲੀ ਅਸਾਮ ਦੀਆਂ ਹੱਦਾਂ ਤੋਂ ਟੱਪ ਕੇ ਉੱਤਰ ਪ੍ਰਦੇਸ਼ ਵਿੱਚ ਆ ਗਏ। ਤੀਰਥਾਂ ਦੀ ਯਾਤਰਾ ਵੀ ਕਰੀ ਆਏ। ਧਨ ਪਦਾਰਥਾਂ ਦੀ ਕਮੀ ਕੋਈ ਨਹੀਂ ਸੀ। ਰਾਣੀ ਨੇ ਖੁੱਲ੍ਹੇ ਦਿਲ ਨਾਲ ਪੁੰਨਦਾਨ ਕੀਤਾ, ਪਰ ਮੁੱਖ ਸਰਧਾ ਤੇ ਪਿਆਰ ਗੁਰੂ ਘਰ ਨਾਲ ਸੀ। ਸਾਰੀਆਂ ਉੱਤਮ ਵਸਤੂਆਂ ਸਤਿਗੁਰੂ ਜੀ ਦੇ ਵਾਸਤੇ ਰੱਖੀਆਂ ਹੋਈਆਂ ਸਨ। ਉਹ ਸਤਿਗੁਰੂ ਜੀ ਦੀ ਭੇਟਾ ਹੋਣੀਆਂ ਸਨ। ਚਲਦੇ ਚਲਦੇ ਰੋਪੜ ਆ ਪੁੱਜੇ। ਦੀਵਾਲੀ ਦਾ ਪੁਰਬ ਨੇੜੇ ਆਇਆ ਹੋਇਆ ਸੀ। ਦੱਖਣੀ ਪੰਜਾਬ ਮਾਲਵੇ ਦੀ ਸੰਗਤ ਅਨੰਦਪੁਰ ਨੂੰ ਜਾ ਰਹੀ ਸੀ। ਗੱਡਿਆਂ ਦੀਆਂ ਕਤਾਰਾਂ ਦੂਰ ਤੱਕ ਲੱਗੀਆਂ ਹੋਈਆਂ ਦਿਖਾਈ ਦਿੰਦੀਆਂ ਸਨ। ਸਤਿਗੁਰੂ ਦੇ ਦਰਸ਼ਨ ਵਾਸਤੇ ਸੰਗਤ ਵਹੀਰਾਂ ਘੱਤੀ ਜਾ ਰਹੀ ਸੀ। ਸੰਗਤ ਦੇ ਵਿੱਚ ਜਿੰਨਾ ਵੀ ਪ੍ਰਾਣੀ ਸਨ ਓਨੇ ਹੀ ਵਾਹਿਗੁਰੂ ਵਾਹਿਗੁਰੂ ਜਪਦੇ ਸਨ। ਹਰ ਇੱਕ ਦੀ ਰਚਨਾ ਉੱਤੇ ਧੰਨ ਸਤਿਗੁਰੂ ਨਾਨਕ ਜਿਹਨੇ ਜਗ ਤਾਰਿਆ, ਧੰਨ ਸਤਿਗੁਰੂ ਨਾਨਕ ਜਿਹਨੇ ਜਗ ਤਾਰਿਆ ਜਪ ਰਹੀ ਸੀ। ਕਿਤੇ ਢੋਲਕੀਆਂ ਛੈਣੇ ਵੱਜ ਰਹੇ ਸਨ। ਰਾਣੀ ਤੇ ਰਾਜਕੁਮਾਰ ਸੰਗਤਾਂ ਦਾ ਗੁਰੂ ਨਾਲ ਪਿਆਰ ਦੇਖ ਕੇ ਹੈਰਾਨ ਤੇ ਗਦਗਦ ਹੋ ਗਏ। ਹੁਣ ਸੰਗਤਾਂ ਦੇ ਨਾਲ ਰਲ ਕੇ ਰਾਣੀ ਕੀਰਤਪੁਰ ਪਹੁੰਚੀ। ਗੁਰੂ ਧਾਮ ਦੇ ਦਰਸ਼ਨ ਕੀਤੇ ਅਤੇ ਇੱਥੋਂ ਪੈਦਲ ਚੱਲ ਪਈ, ਕਿਉਂਕਿ ਕੀਰਤਪੁਰ ਤੋਂ ਅੱਗੇ ਪਿਆਰੇ ਪ੍ਰੀਤਮ ਸਤਿਗੁਰੂ ਜੀ ਦਾ ਦੇਸ਼ ਸੀ। ਰਥ ਵਿੱਚ ਬੈਠਣਾ ਚੰਗਾ ਨਹੀਂ ਲੱਗਿਆ। ਨਾ ਕੋਈ ਸਿੱਖ ਘੋੜੇ ਗੱਡੇ ਤੇ ਰਥ ਉੱਤੇ ਬੈਠ ਕੇ ਘਰ ਵੱਲ ਜਾਂਦਾ ਹੋਇਆ ਦਿਖਾਈ ਦਿੰਦਾ ਸੀ। ਸਾਰੇ ਪੈਦਲ ਜਾ ਰਹੇ ਸਨ। ਪੈਦਲ ਵੀ ਫਿਰ ਬਹੁਤ ਸਾਰੇ ਨੰਗੀ ਪੈਰੀਂ। ਹੁਣ ਰਾਣੀ ਆਪਣੇ ਦਿਲ ਦੇ ਟੁਕੜੇ ਨੂੰ ਉਂਗਲੀ ਲਾਈ ਪ੍ਰੇਮ ਤੇ ਸਰਧਾ ਨਾਲ ਤੁਰੀ ਗਈ। ਆਖਰ ਗੁਰੂ ਦੀ ਨਗਰੀ ਦਿਸਣ ਲੱਗ ਪਈ। ਜਿਉਂ ਹੀ ਗੁਰੂ ਦੀ ਨਗਰੀ ਦੇ ਦਰਸ਼ਨ ਹੋਏ ਤਿਉਂ ਹੀ ਸਿਰ ਝੁਕ ਗਿਆ। ਪੈਰਾਂ ਤੋਂ ਜੁੱਤੀਆਂ ਲਾਹ ਕੇ ਸੇਵਕਾਂ ਨੂੰ ਫੜਾ ਦਿੱਤੀਆਂ। ਆਪ ਨੰਗੀ ਪੈਰੀਂ ਤੁਰ ਪਈ। ਸੁਰਤ ਸਤਿਗੁਰੂ ਦੇ ਚਰਨਾਂ ਨਾਲ ਜੁੜ ਗਈ ਅਤੇ ਅੱਖਾਂ ਅਨੰਦਪੁਰ ਨੂੰ ਦੇਖਣ ਲੱਗੀਆਂ। ਸਤਿਗੁਰੂ ਜੀ ਦੇ ਮਸੰਦਾਂ ਤੇ ਮੁਖੀ ਸਿੱਖਾਂ ਨੂੰ ਪਤਾ ਲੱਗ ਗਿਆ ਕਿ ਅਸਾਮ ਦੀ ਰਾਣੀ ਆ ਰਹੀ ਹੈ। ਉਹ ਸਵਾਗਤ ਵਾਸਤੇ ਅੱਗੇ ਜਾ ਖਲੋਤੇ। ਗੁਰੂ ਘਰ ਵੱਲੋਂ ਜੀ ਆਇਆਂ ਨੂੰ ਆਖਿਆ ਤੇ ਬੜੇ ਉਤਸ਼ਾਹ ਨਾਲ ਸਵਾਗਤ ਕੀਤਾ ਰਾਣੀ ਦਾ। ਗੁਰੂ ਗੁਰੂ ਜਪਦੇ ਹੋਏ ਸਾਰੇ ਸਤਿਗੁਰੂ ਜੀ ਦੇ ਦਰਬਾਰ ਵਿੱਚ ਪਹੁੰਚ ਗਏ। ਅੱਗੇ ਚੜ੍ਹਦੀ ਜਵਾਨੀ, ਦਾੜੀ ਮੁੱਛ ਦੀ ਲੂਈ,
ਪੁਗਲ ਤੋਂ ਪਹਿਲਾਂ ਸ੍ਰੀ ਕ੍ਰਿਸ਼ਨ ਜੀ ਸਮਾਨ ਸਰਬ ਕਲਾ ਸੰਪੂਰਨ ਸਤਿਗੁਰੂ ਜੀ ਸਿੰਘਾਸਣ ਉੱਤੇ ਬਿਰਾਜਮਾਨ ਸਨ। ਰੱਬੀ ਨੂਰ ਦਾ ਪ੍ਰਕਾਸ਼ ਇੱਕ ਚੱਕਰ ਦੀ ਸੂਰਤ ਵਿੱਚ ਚਿਹਰੇ ਉੱਤੇ ਸੀ। ਉਸੇ ਤਰ੍ਹਾਂ ਜਿਵੇਂ ਸੂਰਜ ਦੀਆਂ ਕਿਰਨਾਂ ਹੁੰਦੀਆਂ ਸਨ। ਰਿੱਧੀਆਂ ਸਿੱਧੀਆਂ ਦੇ ਮਾਲਕ ਸਤਿਗੁਰੂ ਜੀ ਬਿਰਾਜਮਾਨ ਸਨ। ਰਾਣੀ ਤੇ ਰਾਜੇ ਰਤਨ ਰਾਏ ਨੇ ਸਤਿਗੁਰੂ ਜੀ ਦੇ ਚਰਨ ਕਮਲਾਂ ਉੱਪਰ ਮੱਥਾ ਟੇਕਿਆ, ਸਿਰ ਰੱਖਿਆ। ਸਤਿਗੁਰੂ ਨੇ ਦੋਹਾਂ ਦੇ ਸਿਰਾਂ ਉੱਪਰ ਹੱਥ ਰੱਖ ਕੇ ਬਚਨ ਕੀਤਾ, ਕਰਤਾਰ ਭਲਾ ਕਰੇ, ਨਿਹਾਲ ਨਿਹਾਲ। ਹੁਣ ਸਤਿਗੁਰੂ ਜੀ, ਜੇ ਸਤਿਗੁਰੂ ਦੇ ਦਰਬਾਰ ਦੇ ਵਿੱਚੋਂ ਲੱਖ ਖੁਸ਼ੀਆਂ ਜਾਂ ਨਿਹਾਲ ਨਿਹਾਲ ਜਾਂ ਵਾਹਿਗੁਰੂ ਜਾਂ ਸਤ ਕਰਤਾਰ ਇਹ ਮਿਲ ਜਾਵੇ, ਹੋਰ ਕੀ ਚਾਹੀਦਾ। ਇਦੋਂ ਅੱਗੇ ਕੁਛ ਵੀ ਹੈ ਨਹੀਂ ਸਾਧ ਸੰਗਤ ਵਾਹਿਗੁਰੂ ਦੇ ਨਾਮ ਤੋਂ ਬਿਨਾਂ। ਇਹਨਾਂ ਬਚਨਾਂ ਦੇ ਨਾਲ ਹੀ ਮਾਂ ਪੁੱਤ ਜਨਮ ਮਰਨ ਸਵਾਰ ਦਿੱਤਾ। ਅੱਗੇ ਦੇ ਸਾਰੇ ਡਰ ਦੂਰ ਕਰ ਦਿੱਤੇ। ਮੱਥਾ ਟੇਕਣ ਦੇ ਪਿੱਛੋਂ ਰਾਣੀ ਨੇ ਚੰਦਨ ਦੀ ਚੌਂਕੀ, ਮੋਤੀਆਂ ਦੀ ਮਾਲਾ, ਕਲੰਗੀ ਆਦਿਕ ਵਸਤੂਆਂ ਸਤਿਗੁਰੂ ਜੀ ਦੇ ਅੱਗੇ ਰੱਖੀਆਂ। ਹਰ ਇੱਕ ਵਸਤੂ ਦੇ ਗੁਣ ਪ੍ਰਗਟ ਕੀਤੇ। ਗੁਣਾਂ ਨੂੰ ਦੇਖ ਕੇ ਸਤਿਗੁਰੂ ਜੀ ਬਹੁਤ ਖੁਸ਼ ਹੋਏ ਤੇ ਸਿੱਖ ਸੰਗਤ ਪ੍ਰਸੰਨਤਾ ਦੇ ਨਾਲ ਹੈਰਾਨ ਵੀ ਬਹੁਤ ਹੋਈ। ਪ੍ਰਸ਼ਾਦੀ ਹਾਥੀ ਦੀ ਵੀ ਅਰਦਾਸਗੇ ਪਾਸੋਂ ਅਰਦਾਸ ਕਰਾਈ। ਜਦੋਂ ਅਰਦਾਸ ਹੋ ਗਈ, ਵਸਤੂਆਂ ਦਿਖਾਈਆਂ ਜਾ ਚੁੱਕੀਆਂ, ਤਾਂ ਰਤਨ ਰਾਏ ਨੇ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ। ਇਹ ਬੇਨਤੀ ਸੂਰਜ ਪ੍ਰਕਾਸ਼ ਦੇ ਵਿੱਚ ਸਾਧ ਸੰਗਤ ਲਿਖੀ ਹੋਈ ਆ ਮਹਾਰਾਜ ਦੀ। ਮੈਂ ਕਹਿੰਦੇ ਸਦਾ ਦਾਸ ਜੈ ਸਤਿਗੁਰ ਘਰ ਕੋ, ਸਿੱਖੀ ਬਖਸ਼ੋ ਦੇ ਕਰ ਬਰ ਕੋ, ਸੁਨਤ ਮਹਾਤਮਾ ਉਪਜੋ ਪ੍ਰੇਮ, ਸ੍ਰੀ ਗੁਰ ਦਾਤੇ ਜੇ ਗੁਰ ਛੇਮ, ਆਪਣੇ ਜਾਣਿਓ ਜਾਪ ਕਰੀਜਾ, ਚਰਨ ਕਮਲ ਕੀ ਪਹੁਲ ਦੀਜਾ। ਕਹਿਣ ਲੱਗੇ, ਹੇ ਪ੍ਰਭੂ, ਹੇ ਵਾਹਿਗੁਰੂ, ਮੈਂ ਗੁਰੂ ਘਰ ਦੀ ਸੋਭਾ ਸੁਣ ਕੇ ਆਇਆ ਹਾਂ, ਸਦਾ ਦਾਸ ਬਣ ਕੇ ਰਹਾਂਗਾ। ਕਿਰਪਾਲਤਾ ਕਰੋ ਤੇ ਸਿੱਖੀ ਬਖਸ਼ੋ, ਕੇਸਾਂ ਸਵਾਸਾਂ ਨਾਲ ਸਿੱਖੀ ਨਿਭੇ, ਇਹ ਮੈਨੂੰ ਵਰ ਦੇਵੋ। ਆਪ ਦੇ ਜਸ ਨੂੰ ਮਾਤਾ ਪਾਸੋਂ ਸੁਣਿਆ ਸੀ। ਜਸ ਸੁਣ ਸੁਣ ਕੇ ਆਪ ਦੇ ਚਰਨ ਕਮਲਾਂ ਦਾ ਭੌਰਾ ਬਣ ਗਿਆ ਹਾਂ। ਆਪ ਗੁਰਦੇਵ ਹੋ, ਗੁਣਾਂ ਦੇ ਭੰਡਾਰ ਹੋ, ਆਪ ਦਾ ਅੰਤ ਨਹੀਂ ਪਾਇਆ ਜਾ ਸਕਦਾ। ਦਇਆ ਕਰੋ, ਵਾਹਿਗੁਰੂ ਦੀ ਭਗਤੀ ਦਾ ਦਾਨ ਬਖਸ਼ੋ ਤੇ ਚਰਨ ਪੌਲ ਦੀਕਸ਼ਾ ਦੇਵੋ। ਮੈਂ ਜੀਵਨ ਭਰ ਆਪ ਦਾ ਸੇਵਕ ਰਹਾਂਗਾ। ਰਤਨ ਰਾਏ ਕਹਿਣ ਲੱਗਾ, ਰਾਜਾ। ਹੁਣ ਰਤਨ ਰਾਏ ਦੀ ਇਹ ਬੇਨਤੀ ਸੁਣ ਕੇ ਸਤਿਗੁਰੂ ਜੀ ਬਹੁਤ ਖੁਸ਼ ਹੋਏ। ਉਹਨਾਂ ਨੇ ਕਿਰਪਾ ਦ੍ਰਿਸ਼ਟੀ ਕਰਕੇ ਰਤਨ ਰਾਏ ਨੂੰ ਨਿਹਾਲ ਕਰ ਦਿੱਤਾ। ਪਹੁਲ ਦੇ ਕੇ ਸਿੱਖੀ ਬਖਸ਼ੀ। ਨਾਲ ਹੀ ਸੇਵਕਾਂ ਨੂੰ ਹੁਕਮ ਦਿੱਤਾ ਕਿ ਰਾਜਾ ਰਤਨ ਰਾਏ ਦੇ ਡੇਰੇ ਨੂੰ ਰਾਸ਼ਨ, ਘਾਹ ਤੇ ਲੋੜੀਂਦਾ ਸਮਾਨ ਖੁੱਲ੍ਹਾ ਦਿੱਤਾ ਜਾਵੇ। ਕਿਸੇ ਤਰ੍ਹਾਂ ਦੀ ਇਹਨਾਂ ਨੂੰ ਕੋਈ ਵੀ ਤਕਲੀਫ ਨਾ ਹੋਵੇ। ਹਰ ਤਰ੍ਹਾਂ ਪੂਰੀ ਰਖਵਾਲੀ ਹੋਵੇ। ਰਾਣੀ ਤੇ ਉਸ ਦਾ ਪੁੱਤਰ ਰਾਜਾ ਰਤਨ ਰਾਏ ਸਤਿਗੁਰੂ ਦਾ ਸ਼ਾਹੀ ਪ੍ਰਤਾਪ ਦੇਖ ਕੇ ਬਹੁਤ ਹੈਰਾਨ ਹੋਏ। ਸਤਿਗੁਰੂ ਜੀ ਵਾਸਤੇ ਉਹਨਾਂ ਦੇ ਹਿਰਦਿਆਂ ਵਿੱਚ ਸ਼ਰਧਾ ਕਈ ਗੁਣਾ ਵੱਧ ਗਈ। ਉਹ ਦੋਵੇਂ ਵੇਲੇ ਕੀਰਤਨ ਸੁਣ ਕੇ ਅਤੇ ਗੁਰੂ ਕੇ ਲੰਗਰ ਤੋਂ ਸੰਗਤ ਵਿੱਚ ਸੇਵਾ ਕਰਕੇ ਤਨ ਮਨ ਸਫਲਾ ਕਰਨ ਲੱਗੇ। ਵਾਹਿਗੁਰੂ ਦੇ ਸਿਮਰਨ ਨਾਲ ਉਹਨਾਂ ਦਾ ਮਨ ਜੁੜ ਗਿਆ। ਦੀਪਮਾਲਾ ਦਾ ਪੁਰਬ ਬਣਾ ਕੇ ਅਤੇ 1 ਮਹੀਨਾ ਗੁਰੂ ਘਰ ਦੀ ਸੇਵਾ ਕਰਕੇ ਰਾਣੀ ਆਪਣੇ ਬੇਟੇ ਨੂੰ ਨਾਲ ਲੈ ਕੇ ਆਪਣੇ ਵਤਨ ਨੂੰ ਜਾ ਮੁੜੀ। ਸਾਧ ਸੰਗਤ ਰਤਨ ਰਾਏ ਨੇ ਅੰਮ੍ਰਿਤ ਛਕਿਆ, ਚਾਹੇ ਉਸ ਵੇਲੇ ਦੀ ਪਹੁਲ ਲਈ।
ਰਾਣੀ ਨੇ ਸਤਿਗੁਰੂ ਜੀ ਦੀ ਬਹੁਤ ਇੱਛਾ, ਪਰ ਦੇਖਿਆ ਵੀ ਰਾਣੀ ਨੇ ਵੀ ਸਤਿਗੁਰੂ ਦੀ ਸੋਭਾ ਬਹੁਤ ਉੱਚੀ ਆ, ਅਕਾਲ ਪੁਰਖ ਦਾ ਸਰੂਪ ਹੈ। ਇਸ ਤਰ੍ਹਾਂ ਭਾਈ ਉਹ ਸੇਵਾ 1 ਮਹੀਨਾ ਪੂਰਾ ਸੇਵਾ ਕਰਕੇ ਗੁਰੂ ਦੇ ਲੰਗਰ ਵਿੱਚ ਅਤੇ ਆਪਣੇ ਅਸ਼ਾਮ ਦੇਸ਼ ਨੂੰ ਚਲੀ ਗਈ। ਹੁਣ ਗਗਨਮੱਲ ਦਾ ਗੁਰੂ ਘਰ ਦੇ ਨਾਲ ਪਿਆਰ। ਹੁਣ ਜਿਹੜੇ ਸਿੱਖ ਸਾਧ ਸੰਗਤ 6ਵੇਂ ਪਾਤਸ਼ਾਹ ਦੇ ਵੇਲੇ ਦੇ ਨਾਲ ਸਨ ਗੁਰੂ ਦੇ, ਉਹਨਾਂ ਨਾਲ ਬਹੁਤ ਪਿਆਰ ਰੱਖਦੇ ਸਨ ਗੁਰੂ 10ਵੇਂ ਪਾਤਸ਼ਾਹ। ਹੁਣ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਿੱਖੀ ਬਹੁਤ ਦੂਰ ਦੂਰ ਤੱਕ ਖਿੱਲਰ ਗਈ ਸੀ। ਸਿੰਧ ਦੇ ਲੋਕ ਵੀ ਗੁਰੂ ਘਰ ਦੇ ਸ਼ਰਧਾਲੂ ਬਣ ਗਏ ਸਨ। ਸਤਿਗੁਰੂ ਜੀ ਦੀ ਚੰਗੀ ਕਿਰਪਾ ਦ੍ਰਿਸ਼ਟੀ ਦੇ ਕਾਰਨ ਉਹਨਾਂ ਨੂੰ ਭਾਗ ਵੀ ਬਹੁਤ ਲੱਗਾ ਸੀ। ਮਾਇਆ ਅਤੇ ਇੱਜ਼ਤ ਉਹਨਾਂ ਦੇ ਚਰਨ ਚੁੰਮਦੀ ਫਿਰਦੀ ਸੀ। ਜੋ ਵਾਹਿਗੁਰੂ ਦੇ ਗੁਰੂ ਘਰ ਦਾ ਹੋ ਜਾਂਦਾ ਹੈ, ਜਗਤ ਉਹਦਾ ਹੋ ਜਾਂਦਾ ਹੈ। ਇਹ ਗੱਲ ਸੱਚ ਹੈ। ਸਿੰਧੀ ਲੋਕਾਂ ਦਾ ਗੁਰੂ ਘਰ ਨਾਲ ਅਜੇ ਵੀ ਬਹੁਤ ਪ੍ਰੇਮ ਹੈ ਅਤੇ ਉਹ ਅਮੀਰ ਵੀ ਚੰਗੇ ਹਨ। ਸਿੰਧ ਦੇ ਲੋਕ, ਸਿੰਧ ਦੇ ਸ਼ਹਿਰ ਸ਼ਿਕਾਰਪੁਰ ਦਾ ਸ਼ਾਹੂਕਾਰ ਗਗਨਮੱਲ ਸੀ। ਉਹ ਵਪਾਰੀ ਆਦਮੀ ਸੀ। ਵਪਾਰ ਵਿੱਚ ਉਸ ਨੂੰ ਬਹੁਤ ਲਾਭ ਹੁੰਦਾ ਸੀ। ਉਸ ਨੂੰ ਲਾਭ ਹੋਣ ਦਾ ਇਹ ਵੀ ਕਾਰਨ ਸੀ ਕਿ ਉਹ ਆਪਣੀ ਕਮਾਈ ਵਿੱਚੋਂ ਗੁਰੂ ਘਰ ਵਾਸਤੇ ਦਸਵੰਧ ਜ਼ਰੂਰ ਕੱਢਿਆ ਕਰਦਾ ਸੀ। ਜੇ 10,000 ਦਾ ਲਾਭ ਹੋਵੇ ਤਾਂ 1000 ਰੁਪਇਆ ਪਹਿਲਾਂ ਕੱਢ ਲੈਂਦਾ। ਕੁਝ ਕਾਰਨਾਂ ਦੇ ਕਾਰਨ ਉਹ ਅਨੰਦਪੁਰ ਦਸਵੰਧ ਨਾ ਭੇਜ ਸਕਿਆ ਅਤੇ ਨਾ ਹੀ ਕੋਈ ਮਸੰਦ ਜਾਂ ਅਰਦਾਸ ਜਾਂ ਸੰਬੰਧ ਲੈਣ ਵਾਸਤੇ ਗਿਆ। ਰਕਮ ਬਹੁਤ ਸਾਰੀ ਇਕੱਠੀ ਹੋ ਗਈ। ਸਾਰੇ ਭਾਰਤ ਵਰਸ਼ ਵਿੱਚ ਹੋਲੀ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਕਦੀ ਇਹ ਤਿਉਹਾਰ ਚੰਗਾ ਹੋਵੇਗਾ, ਪਰ 17ਵੀਂ ਸਦੀ ਵਿੱਚ ਅਤੇ ਅੱਜ ਵੀ ਕਿਸੇ ਕਿਸੇ ਇਲਾਕੇ ਵਿੱਚ ਇਹ ਤਿਉਹਾਰ ਬਹੁਤ ਗੰਦਾ ਹੈ। ਲੋਕਾਂ ਦੇ ਉੱਤੇ ਮਿੱਟੀ, ਮੈਲ, ਕੋਲੇ, ਸਵਾਹ ਅਤੇ ਗੰਦ ਗਾਦ ਸੁੱਟ ਕੇ ਮਨਾਇਆ ਜਾਂਦਾ ਸੀ। ਇਸ ਤਿਉਹਾਰ ਦੀ ਬੁਰਾਈ ਤੋਂ ਬਚਾਉਣ ਵਾਸਤੇ ਸਤਿਗੁਰੂ ਜੀ ਨੇ ਹੋਲੇ ਮਹੱਲੇ ਦਾ ਨਾਮ ਰੱਖ ਕੇ ਨਵੇਂ ਢੰਗ ਨਾਲ ਹੀ ਇਸ ਤਿਉਹਾਰ ਨੂੰ ਮਨਾਉਣਾ ਸ਼ੁਰੂ ਕੀਤਾ। ਅਨੰਦਪੁਰ ਸੰਗਤ ਨੂੰ ਸੱਦਿਆ ਗਿਆ। ਪੁੰਨਿਆਂ ਵਾਲੇ ਦਿਨ ਸੰਗਤ ਦਾ ਜਲੂਸ ਕੱਢਿਆ ਗਿਆ। ਉਸ ਜਲੂਸ ਵਿੱਚ ਨੇਜਾਬਾਜੀ, ਘੋੜ ਦੌੜ, ਤਲਵਾਰ ਅਤੇ ਹੋਰ ਅਨੇਕਾਂ ਫਰਜ਼ੀ ਯੁੱਧ ਆਦਿਕ ਖੇਡਾਂ ਖਿਡਾਈਆਂ ਗਈਆਂ। ਪਹਿਲਾਂ ਦੀਵਾਨ ਕੀਤੇ ਸਨ। ਦੀਵਾਨਾਂ ਦੇ ਵਿੱਚ ਢਾਡੀ ਅਤੇ ਰਾਗੀ ਸਿੱਖਾਂ ਨੇ ਬਹਾਦਰਾਂ ਦੀਆਂ 12 ਪੜ੍ਹ ਕੇ ਜਵਾਨਾਂ ਦੇ ਲਹੂ ਨੂੰ ਗਰਮਾਇਆ। ਜਸੀਲੀ ਅਤੇ ਅਣਖੀਲਾ ਰੂਹ ਫੂਕੀ। ਇਸ ਹੋਲੇ ਮਹੱਲੇ ਦੇ ਪੁਰਬ ਨੂੰ ਦੇਖਣ ਵਾਸਤੇ ਦੂਰੋਂ ਦੂਰੋਂ ਸਿੱਖ ਸੰਗਤ ਆਈ ਹੋਈ ਸੀ। ਗਗਨਮੱਲ ਵੀ ਇਸੇ ਸੁਨਹਿਰੀ ਮੌਕੇ ਅਨੰਦਪੁਰ ਪੁੱਜਿਆ। ਉਸ ਨੇ ਕਈਆਂ ਸਾਲਾਂ ਦੇ ਇਕੱਠੇ ਹੋਏ ਦਸਵੰਧ ਦੀ ਰਕਮ ਸਤਿਗੁਰੂ ਜੀ ਦੀ ਭੇਟਾ ਕੀਤੀ। ਉਹ ਰਕਮ 10,000 ਸੀ ਅਤੇ ਉਸ ਦੇ ਨਾਲ ਦਸਾਲੇ ਅਤੇ ਘੋੜੇ ਵੀ ਸਨ। ਜਿਸ ਵੇਲੇ ਗਗਨਮੱਲ ਨੇ ਸਤਿਗੁਰੂ ਜੀ ਦੇ ਚਰਨਾਂ ਉੱਪਰ ਮੱਥਾ ਟੇਕਿਆ, ਉਸ ਸਮੇਂ ਸਤਿਗੁਰੂ ਜੀ ਦੀ ਪਾਸ ਦੀਵਾਨ ਵਿੱਚ ਕਈ ਰਾਜੇ ਅਤੇ ਸਰਦਾਰ ਸਨ। ਉਹ ਸਿੱਖਾਂ ਦੀ ਸਰਧਾ ਭਗਤੀ ਦੇਖ ਕੇ ਦੰਗ ਰਹਿ ਗਏ। ਸਤਿਗੁਰੂ ਜੀ ਨੇ ਵਰ ਦਿੱਤੇ ਅਤੇ ਉਹਦੇ ਜਨਮ ਮਰਨ ਦੀ ਫਾਹੀ ਨੂੰ ਕੱਟਿਆ। ਹੋਲੇ ਮਹੱਲੇ ਦਾ ਮੇਲਾ 5 ਦਿਨ ਰਿਹਾ। 5 ਦਿਨ ਹੀ ਬਹੁਤ ਰੌਣਕਾਂ ਰਹੀਆਂ। ਸਤਿਗੁਰੂ ਜੀ ਸਿੰਘਾਸਣ 'ਤੇ ਬਿਰਾਜਮਾਨ ਹੋ ਕੇ ਸਤਿਗੁਰੂ ਨਾਨਕ ਦੇਵ ਜੀ ਦੇ ਧਰਮ ਦਾ ਪ੍ਰਚਾਰ ਕਰਦੇ ਰਹੇ। ਸੰਗਤਾਂ ਧਰਮ ਉਪਦੇਸ਼ ਦੀਆਂ ਅੰਮ੍ਰਿਤ ਬੂੰਦਾਂ ਪੀਂਦੀਆਂ ਰਹੀਆਂ। ਹੁਣ ਸਾਧ ਸੰਗਤ, ਇਹ ਹੋਲੇ ਮਹੱਲੇ ਦਾ ਮੇਲਾ ਸੀ ਅਤੇ ਹੁਣ ਰਣਜੀਤ ਨਗਾਰਾ। ਹੁਣ ਚੌਪਈ ਦੇ ਵਿੱਚ ਲਿਖਿਆ ਮਹਾਰਾਜ ਦਾ ਚੌਪਈ, ਰਾਜ ਸਾਜ ਹਮ ਪਰ ਜਬ ਆਓ,
ਜਥਾ ਸਖਤ ਤਬ ਧਰਮ ਚਲਾਓ। ਭਾਂਤ ਭਾਂਤ ਬਨ ਖੇਲ ਸ਼ਿਕਾਰਾ, ਮਾਰੇ ਰੀਸ਼ ਰੋਜ਼ ਸ਼ਿਕਾਰਾ। ਵਿਚਿੱਤਰ ਨਾਟਕ ਅਧਿਆਏ ਦੇ 8ਵੇਂ ਭਾਗ 'ਚ ਲਿਖਿਆ ਹੈ। ਸਤਿਗੁਰੂ ਜੀ ਫਰਮਾਉਂਦੇ ਹਨ, ਜਦੋਂ ਅਸੀਂ ਰਾਜ ਕਾਜ ਕਰਨ ਲੱਗੇ, ਜਵਾਨ ਹੋਏ ਤਾਂ ਆਪਣੇ ਬਲ ਅਨੁਸਾਰ ਅਸਾਂ ਧਰਮ ਚਲਾਇਆ ਅਤੇ ਕਈਆਂ ਜੰਗਲਾਂ ਵਿੱਚ ਜਾ ਕੇ ਸ਼ਿਕਾਰ ਵੀ ਖੇਡਿਆ। ਅਨੇਕਾਂ ਰਿਛ ਤੇ ਸ਼ੇਰ ਮਾਰੇ। ਸਤਿਗੁਰ ਦਾ ਇਹ ਬਚਨ ਆਪਣਾ ਆਚਾਰਿਆ ਹੋਇਆ ਹੈ। ਸ਼ਿਕਾਰ ਖੇਡਣ ਦਾ ਸ਼ੌਂਕ ਸ਼ੁਰੂ ਤੋਂ ਸੀ। ਜਿਉਂ-ਜਿਉਂ ਜਵਾਨ ਹੁੰਦੇ ਗਏ ਤਿਉਂ-ਤਿਉਂ ਸ਼ਿਕਾਰ ਦਾ ਪ੍ਰੇਮ ਵੱਧਦਾ ਗਿਆ ਅਤੇ ਸੈਨਿਕ ਬਲ ਵਿੱਚ ਵਾਧਾ ਹੁੰਦਾ ਗਿਆ। ਸੰਮਤ 1741 ਬਿਕਰਮੀ ਵਿੱਚ ਸਤਿਗੁਰੂ ਜੀ ਦੀ ਆਯੂ 18 ਸਾਲ ਦੀ ਹੋ ਚੁੱਕੀ ਸੀ। ਸਾਹਿਬ ਵਿੱਦਿਆ ਪੜ੍ਹ ਚੁੱਕੇ ਸਨ, ਹਿੰਦੀ, ਗੁਰਮੁਖੀ, ਸੰਸਕ੍ਰਿਤ ਅਤੇ ਫਾਰਸੀ। ਜਵਾਨਾਂ ਦੇ ਮਾਹਰ ਹੋ ਚੁੱਕੇ ਸਨ। ਆਪ ਨੇ ਕਵਿਤਾ ਬਾਣੀ ਉਚਾਰਨੀ ਸ਼ੁਰੂ ਕਰ ਦਿੱਤੀ। ਵੀਰ ਰਸ ਦਾ ਪ੍ਰਚਾਰ ਕਰਨ ਵਾਸਤੇ ਢਾਡੀ ਤੇ ਕਵੀ ਦੂਰ ਦੂਰ ਤੋਂ ਸੱਦ ਕੇ ਕੋਲ ਰੱਖ ਲਏ ਸਨ। ਸਤਿਗੁਰ ਦਾ ਜੀਵਨ ਨਿਸ਼ਾਨਾ ਬਹੁਤ ਉੱਚਾ ਸੀ। ਉਹ ਗੁਲਾਮ ਭਾਰਤ ਨੂੰ ਸੁਤੰਤਰ ਕਰਨ ਦੀਆਂ ਵਿਉਂਤਾਂ ਸੋਚ ਰਹੇ ਸਨ। ਹਿੰਦੂਆਂ ਦੇ ਮਨਾਂ ਉੱਤੇ ਜੋ ਮੁਗਲਾਂ ਤੇ ਮੁਸਲਮਾਨਾਂ ਦਾ ਡਰ ਬੈਠਿਆ ਹੋਇਆ ਸੀ, ਉਸ ਨੂੰ ਦੂਰ ਕਰਕੇ ਚਿੜੀਆਂ ਤੋਂ ਸ਼ੇਰ ਬਣਾਉਣਾ ਚਾਹੁੰਦੇ ਸਨ। ਉਹਨਾਂ ਨੇ ਉੱਚੇ ਪਰਨ ਕੀਤੇ ਸਨ, ਪਰ ਕੀਤਾ ਸਭ ਕੁਝ ਅਕਾਲ ਪੁਰਖ ਦੇ ਆਸਰੇ ਸੀ। ਇਸੇ ਕਰਕੇ ਸਾਹਿਬਾਂ ਨੇ ਅਕਾਲ ਪੁਰਖ ਦੀ ਬਹੁਤ ਉਸਤਤ ਕੀਤੀ ਹੈ। ਸਤਿਗੁਰੂ ਜੀ ਦੇ ਬਚਨ 'ਤੇ ਸਾਥੀ ਜਵਾਨ ਹੋ ਗਏ। ਦੌਲਤ ਦੀ ਕਮੀ ਨਹੀਂ ਰਹੀ ਸੀ। ਸਤਿਗੁਰੂ ਜੀ ਨੇ ਹੁਕਮ ਦਿੱਤਾ ਕਿ ਕੇਸਰੀ ਨਿਸ਼ਾਨ ਸਾਹਿਬ ਦੇ ਨਾਲ ਨਗਾਰਾ ਹੋਣਾ ਚਾਹੀਦਾ ਹੈ। ਕਿਲੇ ਵੀ ਬਣਵਾਏ ਜਾਣ, ਕਿਉਂਕਿ ਕਿਸੇ ਸੁਤੰਤਰ ਰਾਜੇ ਜਾਂ ਬਾਦਸ਼ਾਹ ਪਾਸ ਉਹਦਾ ਆਪਣਾ ਝੰਡਾ, ਆਪਣੀ ਫੌਜ, ਆਪਣਾ ਖਜ਼ਾਨਾ, ਕਿਲੇ 'ਤੇ ਆਪਣਾ ਨਗਾਰਾ ਹੋਣਾ ਬਹੁਤ ਜ਼ਰੂਰੀ ਹੈ। ਸਤਿਗੁਰੂ ਜੀ ਧਰਮ ਦਾ ਰਾਜ ਕਾਇਮ ਕਰਨਾ ਚਾਹੁੰਦੇ ਸਨ। ਇਸ ਵਾਸਤੇ ਪਾਤਸ਼ਾਹੀ ਸਿਲਸਿਲੇ ਕਾਇਮ ਕਰਨ 'ਤੇ ਪੈਂਤੜੇ ਬੰਨ੍ਹ ਲਏ ਸਨ। ਉਸ ਵੇਲੇ ਆਨੰਦ ਚੰਦ ਜੀ ਦੀ ਡਿਊਟੀ ਲਾਈ ਗਈ ਕਿ ਉਹ ਆਪ ਕੋਲ ਬੈਠ ਕੇ ਨਗਾਰਾ ਤਿਆਰ ਕਰਵਾਏ। ਨਗਾਰੇ ਦੀ ਲੋਹ ਦੀ ਦੇਗ ਦਾ ਲੋਹਾ ਕੱਚਾ ਨਾ ਰਹੇ, ਖਲ ਨਾਲ ਚੰਗੀ ਤਰ੍ਹਾਂ ਨਾਲ ਮੜ੍ਹਿਆ ਜਾਵੇ, ਕਿਸੇ ਤਰ੍ਹਾਂ ਦੀ ਕਮੀ ਨਾ ਰਹੇ। ਜਦੋਂ ਨਗਾਰਾ ਤਿਆਰ ਹੋਵੇ ਤਾਂ ਉਹਦੀ ਆਵਾਜ਼ ਬੱਦਲਾਂ ਵਾਂਗੂ ਗੂੰਜੇ, ਪਹਾੜ ਕੰਬ ਉੱਠਣ ਅਤੇ ਦੁਸ਼ਮਣਾਂ ਦੀ ਨੀਂਦ ਹਰਾਮ ਹੋ ਜਾਵੇ। ਸਤਿਗੁਰਾਂ ਦੀ ਆਗਿਆ ਦਾ ਪਾਲਣ ਹੋ ਗਿਆ। ਪੂਰੇ ਮਹੀਨੇ ਪਿੱਛੋਂ ਨਗਾਰਾ ਤਿਆਰ ਹੋਇਆ। ਜਦੋਂ ਉਸ ਨਗਾਰੇ ਉੱਤੇ ਚੋਟ ਲਾਈ ਗਈ ਤਾਂ ਉਹਦੀ ਆਵਾਜ਼ ਨੇ ਪਰਬਤ ਕਮਾ ਦਿੱਤੇ। ਸ਼ਹਿਰ ਵਾਸੀ ਭੈਭੀਤ ਹੋ ਗਏ ਅਤੇ ਪਹਾੜੀ ਰਿਆਸਤਾਂ ਦੀਆਂ ਸਰਹੱਦਾਂ 'ਤੇ ਖਲੋਤੇ ਹੋਏ ਉਹਨਾਂ ਦੇ ਪਹਿਰੇਦਾਰ ਡਰ ਗਏ। ਉਹਨਾਂ ਸਮਝਿਆ ਸ਼ਾਇਦ ਕਿਸੇ ਪਾਤਸ਼ਾਹੀ ਦੀਆਂ ਫੌਜਾਂ ਰਾਜ 'ਤੇ ਚੜ੍ਹ ਕੇ ਆ ਪੁੱਜੀਆਂ ਹਨ। ਨਗਾਰੇ ਦੀ ਆਵਾਜ਼ ਸੁਣ ਕੇ ਸਤਿਗੁਰੂ ਜੀ ਬਹੁਤ ਖੁਸ਼ ਹੋਏ। ਉਸ ਦਾ ਨਾਮ ਰਣਜੀਤ ਨਗਾਰਾ ਰੱਖ ਦਿੱਤਾ। ਹੁਣ ਰਣਜੀਤ ਨਗਾਰੇ ਦੇ ਤਿਆਰ ਹੋਣ ਦੀ ਚਰਚਾ ਬਹੁਤ ਹੋ ਗਈ। ਮਸੰਦ ਜਿਹੜੇ ਅਰਦਾਸਗੇ ਅਤੇ ਕੜਾਹ ਪ੍ਰਸ਼ਾਦ ਛਕਣ ਵਾਲੇ ਸਿੱਖ ਭੈਭੀਤ ਹੋ ਗਏ। ਉਹਨਾਂ ਨੇ ਜਾ ਕੇ ਮਾਤਾ ਗੁਜਰੀ ਜੀ ਨੂੰ ਕਿਹਾ, ਮਾਤਾ ਜੀ, ਇਹ ਬਹੁਤ ਖਤਰਨਾਕ ਗੱਲ ਹੈ ਕਿ ਰਾਜਿਆਂ ਅਤੇ ਬਾਦਸ਼ਾਹਾਂ ਦੇ ਮੁਕਾਬਲੇ ਰਣਜੀਤ ਨਗਾਰਾ ਬਣਾ ਲਿਆ। ਇਹਨੂੰ ਇਹਨਾਂ ਪਹਾੜੀਆਂ ਵਿੱਚ ਨਹੀਂ ਖੜਕਾਉਣਾ ਚਾਹੀਦਾ। ਰਾਜੇ ਨਾਰਾਜ਼ ਹੋ ਜਾਣਗੇ, ਖਾਹ ਮਖਾਹ ਵੈਰ ਹੋਵੇਗਾ। ਆਪ ਸਤਿਗੁਰੂ ਜੀ ਨੂੰ ਸਮਝਾਉਣਾ ਕਰੋ। ਹੁਣ ਮਾਤਾ ਗੁਰੂ ਜੀ ਅੱਗੇ ਹੀ ਬਹੁਤ ਡਰੇ ਹੋਏ ਸਨ। ਉਹਨਾਂ ਦੇ ਪਤੀ ਪਰਮੇਸ਼ਰ ਸਤਿਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕੀਤਾ ਗਿਆ ਸੀ। ਉਹਨਾਂ ਨੂੰ ਸਤਿਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਸਾਕਾ ਚੇਤੇ ਆਇਆ। ਉਹ ਡਰ ਗਏ ਕਿ ਕਿਤੇ ਉਹਦੇ ਦਿਲ ਦੇ ਟੁਕੜੇ ਨੂੰ ਵੀ ਕੋਈ ਅੱਗੇ ਅਭੀ ਨਾ ਹੋਵੇ। ਜਦੋਂ ਸਤਿਗੁਰੂ ਜੀ ਘਰ ਪੁੱਜੇ ਤਾਂ ਮਾਤਾ ਜੀ ਨੇ ਉਹਨਾਂ ਨੂੰ ਆਖਿਆ, ਬੇਟਾ,
ਮੈਂ ਇੱਕ ਗੱਲ ਆਖਣਾ ਚਾਹੁੰਦੀ ਹਾਂ। ਕਹੋ ਮਾਤਾ ਜੀ। ਇੱਕ ਨਹੀਂ ਸਗੋਂ ਜਿੰਨੀਆਂ ਗੱਲਾਂ ਜੀ ਕਰੇ ਕਰੋ। ਤੁਸੀਂ ਮੇਰੇ ਚੰਗੇ ਮਾਤਾ ਜੀ ਹੋ। ਸਤਿਗੁਰੂ ਜੀ ਨੇ ਉੱਤਰ ਦਿੱਤਾ, ਬੇਟਾ ਪਹਿਲੇ ਤਾਂ ਸ਼ਿਕਾਰ ਖੇਡਣਾ ਛੱਡ ਦੇਵੋ। ਜੇ ਨਹੀਂ ਛੱਡਣਾ ਤਾਂ ਪਰਬਤ ਵੱਲ ਨਾ ਜਾਇਆ ਕਰੋ ਅਤੇ ਰਣਜੀਤ ਨਗਾਰਾ ਨਾ ਵਜਾਇਆ ਕਰੋ। ਜੇ ਸ਼ਿਕਾਰ ਵੀ ਖੇਡਣਾ ਤਾਂ ਨਗਾਰਾ ਵੀ ਵਜਾਉਣਾ ਹੈ ਤਾਂ ਮਾਲਵੇ ਵੱਲ ਚਲੇ ਚੱਲੋ। ਮਾਲਵੇ ਵਿੱਚ ਸਿੱਖੀ ਸੇਵਕੀ ਬਹੁਤ ਹੈ। ਇੱਧਰੇ ਨਗਾਰਾ ਖੜਾ ਕੇ ਰਾਜਿਆਂ ਨਾਲ ਦੁਸ਼ਮਣੀ ਨਾ ਸਹੇੜੀ ਜਾਵੇ। ਮਾਤਾ ਜੀ ਤੋਂ ਇਹ ਬਚਨ ਸੁਣ ਕੇ ਸਤਿਗੁਰੂ ਜੀ ਸਭ ਕੁਝ ਜਾਣ ਗਏ ਅਤੇ ਮੁਸਕਰਾਉਂਦੇ ਹੋਏ ਕਹਿਣ ਲੱਗੇ, ਮਾਤਾ ਜੀ ਅਕਾਲ ਪੁਰਖ ਵੱਲ ਧਿਆਨ ਕਰੋ। ਜੋ ਕੁਝ ਹੋ ਰਿਹਾ ਸਭ ਕੁਝ ਅਕਾਲ ਪੁਰਖ ਦੀ ਇੱਛਾ ਦੇ ਨਾਲ ਹੋ ਰਿਹਾ ਹੈ। ਭੈ ਭੀਤ ਹੋਣ ਦੀ ਲੋੜ ਨਹੀਂ। ਇਹ ਪਹਾੜੀ ਰਾਜੇ ਅਸਾਂ ਦਾ ਕੁਝ ਨਹੀਂ ਵਿਗਾੜ ਸਕਦੇ। ਇਹ ਤਾਂ ਖੁਦ ਗੁਲਾਮ ਹਨ, ਪੱਥਰ ਪੂਜਦੇ ਆ। ਅਸੀਂ ਅਕਾਲ ਪੁਰਖ ਦੀ ਪੂਜਾ ਕਰਨ ਵਾਲੇ ਉਹ ਪੱਥਰ ਪੁਜਾਰੀ। ਚੰਗੇ ਮਾਤਾ ਜੀ, ਅਜੇ ਤਾਂ ਇੱਕ ਰਣਜੀਤ ਨਗਾਰਾ ਹੈ। ਅਸਾਂ ਤਾਂ ਹੋਰ ਕਈ ਨਗਾਰੇ ਤਿਆਰ ਕਰਨੇ ਆ। ਕਿਲੇ ਸਾਰੇ ਜਾਣਿਆਂ ਅਤੇ ਘੋੜਿਆਂ ਦੀਆਂ ਟਾਪਾਂ ਨਾਲ ਪਰਬਤਾਂ ਨੂੰ ਕਮਾਇਆ ਜਾਣਾ ਹੈ। ਤੇਗ ਢਾਲ ਨੇਜਾ ਅਤੇ ਬੰਦੂਕਾਂ ਤੋਪਾਂ ਦੇ ਕਾਰਖਾਨੇ ਬਣਾਉਣੇ ਹਲੇ। ਫੌਜਾਂ ਦੀਆਂ ਕਵਾਇਤਾਂ ਹੋਣੀਆਂ ਹਜੇ ਤਾਂ। ਮਾਤਾ ਜੀ ਹਜੇ ਰਣਜੀਤ ਨਗਾਰੇ ਨੂੰ ਦੇਖ ਕੇ ਘਬਰਾ ਗਏ। ਤਨ ਮਨ ਅਤੇ ਧਨ ਵਾਰਨਾ ਪੈਣਾ। ਇਹ ਸਬਰ ਸੰਤੋਖ ਦੇ ਪਿਆਲੇ ਗਟਾਗਟ ਪੀਣੇ ਪੈਣੇ ਆ। ਜੋ ਮਸੰਦ ਜਾਂ ਨਿਰਬਲ ਦਿਲ ਵਾਲੇ ਕਹਿੰਦੇ ਹਨ ਉਹ ਨਹੀਂ ਸੁਣਨਾ ਚਾਹੀਦਾ ਤੈਨੂੰ। ਮਾਤਾ ਜੀ ਤੁਸੀਂ ਇਹ ਗੱਲਾਂ ਨਾ ਸੁਣੋ। ਇਹਨਾਂ ਬਚਨਾਂ ਨਾਲ ਮਾਤਾ ਜੀ ਦੀ ਤਸੱਲੀ ਨਾ ਹੋਈ। ਉਹਨਾਂ ਨੇ ਬਹੁਤ ਸਮਝਾਇਆ, ਔਰ ਜਦੋਂ ਦੇਖਿਆ ਕਿ ਗੁਰੂ ਜੀ ਨਗਾਰਾ ਵਜਾਉਣਾ ਬੰਦ ਕਰਨ ਵਾਸਤੇ ਤਿਆਰ ਨਹੀਂ ਤਾਂ ਮਾਤਾ ਜੀ ਨੇ ਆਪਣੇ ਭਰਾ ਕਿਰਪਾਲ ਚੰਦ ਨੂੰ ਆਖਿਆ। ਕਿਰਪਾਲ ਚੰਦ ਨੇ ਗੁਰੂ ਜੀ ਨੂੰ ਸਮਝਾਉਣ ਦਾ ਯਤਨ ਕੀਤਾ, ਪਰ ਗੁਰੂ ਜੀ ਨੇ ਸਭ ਨੂੰ ਤਸੱਲੀ ਦਿੱਤੀ ਕਿ ਜਿਵੇਂ ਅਕਾਲ ਪੁਰਖ ਦਾ ਹੁਕਮ ਹੈ ਤਿਵੇਂ ਹੋ ਰਿਹਾ। ਦੇਖੀ ਚੱਲੋ ਰੰਗ ਕਰਤਾਰ ਦੇ। ਅਸਾਂ ਦੇ ਕੋਈ ਵੱਸ ਦੀ ਗੱਲ ਨਹੀਂ, ਸਾਡੇ ਨਹੀਂ ਕੋਈ ਵੱਸ ਦੀ ਗੱਲ। ਜੋ ਵਾਹਿਗੁਰੂ ਕਰਾ ਰਿਹਾ ਉਵੇਂ ਹੋ ਰਿਹਾ ਹੈ। ਹਮਕੋ ਆ ਗਿਆ ਅਕਾਲ ਪੁਰਖ ਬਿਗੜੋ ਰਿਪ ਰਣ ਕਤਿਓ ਵਿਸਾਲ। ਪੂਰਬ ਧਰੇ ਨੇ ਕਿਸੇ ਬੈਰ ਹੰਕਾਰੀ ਕੋ ਕਬੂ ਨਾ ਖੈਲ। ਸਾਰੇ ਸਮਝਾ ਥਕੇ। ਸਭ ਨੂੰ ਸਤਿਗੁਰੂ ਨੇ ਤਸੱਲੀ ਦਿੱਤੀ ਕਿ ਪਹਿਲਾਂ ਕਿਸੇ ਨਾਲ ਬੈਰ ਨਹੀਂ ਪਾਇਆ ਜਾਵੇਗਾ। ਜੋ ਹੰਕਾਰੀ ਬੈਰ ਕਰੇਗਾ ਉਸ ਨੂੰ ਸਜ਼ਾ ਦਿੱਤੀ ਜਾਵੇਗੀ। ਸ਼ਿਕਾਰ ਜਾਣੋ ਸਾਹਿਬਾ ਨਾ ਰੁਕੇ। ਜਵਾਨਾਂ ਨੂੰ ਨਾਲ ਲੈ ਕੇ ਰਣਜੀਤ ਨਗਾਰੇ ਨੂੰ ਸਭ ਦੇ ਮੂਹਰੇ ਵਜਾਉਂਦੇ। ਆਨੰਦਪੁਰ ਦੇ ਚਗਿਰਦੇ ਪਰਬਤਾਂ ਵਿੱਚ ਸਤਿਗੁਰੂ ਜੀ ਸ਼ਿਕਾਰ ਖੇਡਣ ਲੱਗੇ। ਰੋਜ਼ ਕਵਾਇਤਾਂ ਹੋਣ ਲੱਗੀਆਂ ਫੌਜਾਂ ਦੀਆਂ। ਫੌਜੀ ਜਥੇਬੰਦੀ ਤੋਂ ਬਿਨਾਂ ਸਤਿਗੁਰੂ ਜੀ ਨੇ ਜੀਵਨ ਦੇ ਦੂਸਰੇ ਹਿੱਸਿਆਂ ਵੱਲ ਵੀ ਖਿਆਲ ਦਿੱਤਾ। ਦੀਵਾਨ ਲਾਉਣ ਅਤੇ ਧਰਮ ਦਾ ਪ੍ਰਚਾਰ ਕਰਨ ਵਾਸਤੇ ਰਾਗੀ ਕੀਰਤਨੀਏ ਢਾਡੀ ਰੱਖੇ। ਸਾਹਿਤ ਲਿਖਣ ਲਿਖਾਉਣ ਵਾਸਤੇ ਵਿਦਵਾਨ ਅਤੇ ਕਵੀਆਂ ਨੂੰ ਸੱਦਾ ਦਿੱਤਾ। ਸਤਿਗੁਰੂ ਦੇ 52 ਕਵੀ ਮਸ਼ਹੂਰ ਸਨ। ਸਤਿਗੁਰੂ ਜੀ ਆਪ ਵੀ ਵੀਰ ਰਸ ਦੀ ਕਵਿਤਾ ਚਾਰਨ ਲੱਗੇ। ਹਰ ਕੰਮ 'ਤੇ ਲਿਖਤ ਦੇ ਪ੍ਰਬੰਧ ਪ੍ਰਾਰੰਭ ਕਰਨ ਦੇ ਪਹਿਲੇ ਅਕਾਲ ਪੁਰਖ ਦੀ ਉਸਤਤ ਜ਼ਰੂਰ ਕਰ ਲੈਂਦੇ। 10 ਗ੍ਰੰਥ ਨੂੰ ਵਿਚਾਰੀਏ ਤਾਂ ਪਤਾ ਲੱਗਦਾ ਕਿ ਅਕਾਲ ਪੁਰਖ ਦੀ ਉਸਤਤ ਅਤੇ ਜਸ ਵਿੱਚ ਆਪ ਨੇ ਬਹੁਤ ਬਾਣੀ ਉਚਾਰੀ ਹੈ। ਆਪ ਨੇ ਪਰਮਾਤਮਾ ਦੇ ਅਨੇਕਾਂ ਨਾਮ ਵਰਣਨ ਕੀਤੇ ਹਨ। ਅਕਾਲ ਪੁਰਖ ਹਰੀ ਹਰ ਥਾਂ ਵਸਦਾ ਹੈ, ਹਰ ਵਸਤੂ ਵਿੱਚ ਵਸਦਾ ਹੈ। ਆਪ ਫਰਮਾਉਂਦੇ ਹਨ, ਜਲੇ ਹਰੀ ਥਲੇ ਹਰੀ, ਉਰੇ ਹਰੀ ਬਨੇ ਹਰੀ, ਗਿਰੇ ਹਰੀ ਗਫੇ ਹਰੀ, ਛਿਤੇ ਹਰੀ ਨਵੇ ਹਰੀ, ਈਹਾਂ ਹਰੀ ਊਹਾਂ ਹਰੀ, ਜਿਮੀ ਹਰੀ ਜਮਾ ਹਰੀ। ਇਹ ਆ ਅਕਾਲ ਦੀ ਉਸਤਤ। ਇਸ ਤਰ੍ਹਾਂ ਆਪਦੀ ਬੇਅੰਤ ਰਚਨਾ ਹੈ ਜੋ ਪ੍ਰਭੂ ਦੀ ਉਸਤਤ ਕਰਦੀ ਹੈ। ਸਾਧ ਸੰਗਤ ਅੱਜ ਦੀ ਕਥਾ ਇੱਥੋਂ ਸਮਾਪਤ ਕਰਦੇ ਹਾਂ। ਕਥਾ ਵਿਚਾਰ ਕਰਦਿਆਂ ਤੋਂ ਅਨੇਕ ਪ੍ਰਕਾਰ ਦੀਆਂ ਤਰੁੱਟੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ। ਅਣਜਾਣ ਬੱਚਾ ਸਮਝ ਕੇ ਮਾਫ਼ ਕਰਿਓ।
ਅੱਗੇ ਵਾਸਤੇ ਸੁਧ ਬੁੱਧ ਚਾਓ ਭਾਓ ਬਖਸ਼ਿਓ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।